ਅੱਜ ਸੁਲਤਾਨਵਿੰਦ ਵਿਖੇ 15 ਸਤੰਬਰ ਨੂੰ ਯੂਨਾਈਟਿਡ ਨੇਸ਼ਨਸ ਦਾ ਅੰਤਰਰਾਸ਼ਟਰੀ ਜਮਹੂਰੀਅਤ ਦਿਹਾੜਾ ਜਿਹੜਾ ਸਾਰੇ ਵਿਸ਼ਵ 'ਚ ਮਨਾਇਆ ਜਾ ਰਿਹਾ, ਉਹਦੇ ਵਿੱਚ ਯੂਨਾਈਟਿਡ ਨੇਸ਼ਨ ਦੀ ਹਦਾਇਤ ਹੈ ਕਿ ਇੰਡੀਆ ਵੀ ਮਨਾਵੇ। ਜਿਹੜੇ ਸਾਡੇ ਚੋਣ SGPC ਦੇ 11 ਸਾਲਾਂ ਤੋਂ ਕੀਤੇ ਨਹੀਂ ਗਏ, ਅਸੀਂ ਸਮਝਦੇ ਹਾਂ ਕਿ ਇੱਕ ਬਹੁਤ ਵੱਡਾ ਤੱਬਾ ਭਾਰਤ ਦੇ ਉੱਤੇ ਹੈਗਾ, ਜਿਹੜਾ ਆਪਣੇ ਆਪ ਨੂੰ ਵਿਸ਼ਵ ਦੀ ਸਭ ਤੋਂ ਵੱਡੀ ਜਮਹੂਰੀਅਤ ਆਖਦਾ ਹੈਗਾ। ਔਰ ਇਹਦਾ ਸੁਪਰੀਮ ਕੋਰਟ ਕਹਿੰਦਾ ਹੈ ਕਿ ਜਮਹੂਰੀਅਤ ਭਾਰਤ ਦੇਸ਼ ਦਾ ਮੁੱਢਲਾ ਨੀਂਹ ਪੱਥਰ ਹੈ ਔਰ ਜਮਹੂਰੀਅਤ ਦੀਆਂ ਨੀਹਾਂ ਚੋਣ ਹੈਗੀਆਂ। ਨੀਹਾਂ ਦੀਆਂ ਨੀਹਾਂ SGPC ਦੀਆਂ ਜਿਹੜੀਆਂ ਚੋਣ ਹੈ ਭਾਰਤ ਦੇ ਆਜ਼ਾਦ ਹੋਣ ਬਾਅਦ ਸਿਰਫ 8 ਵਾਰੀ ਹੋਈਆਂ, ਇੱਕ ਵਾਰੀ 25 ਸਾਲ ਨਹੀਂ ਹੋਈਆਂ। ਹੁਣ ਰਿਕਾਰਡ 11 ਸਾਲ ਦਾ ਬਣ ਗਿਆ। ਜਿਹੜੇ ਸਾਡੇ ਲੋਕਲ ਗੁਰਦੁਆਰੇ ਹੈ ਉਹ ਪਿਛਲੇ 22-25 ਸਾਲਾਂ ਤੋਂ ਉਹਨਾਂ ਦੇ ਚੋਣ ਨਹੀਂ ਹੋਏ ਹੈਗੇ। ਸਾਡੀਆਂ ਜਿਹੜੀਆਂ ਨੀਹਾਂ ਦੀਆਂ ਨੀਹਾਂ ਇਹ ਦੇਸ਼ ਖੁਰਦ ਕਰ ਰਿਹਾ ਹੈਗਾ। ਸਾਡੇ ਗੁਰੂ ਘਰਾਂ ਦੇ ਵਿੱਚ 328 ਸਰੂਪ ਗਾਇਬ ਕੀਤੇ ਗਏ ਹੈ, ਸਾਡੇ ਬਰਗਾੜੀ ਦੇ ਵਿੱਚ ਕਤਲ ਕੀਤੇ ਗਏ ਹੈਗੇ ਹੈ ਔਰ ਘਪਲੇ ਦਿਨ ਪਰ ਦਿਨ ਗੁਰੂ ਘਰਾਂ 'ਚ ਨਿਕਲ ਰਹੇ ਹੈ। ਔਰ ਇਹਨੂੰ ਸੰਗਤ ਸਾਫ਼ ਮਤਦਾਨ ਕਰਕੇ ਨਹੀਂ ਕਰ ਸਕਦੀ। ਰੋਜ਼ ਵਿਤਕਰਾ ਸਾਡੇ ਵਿੱਚ ਵੱਧ ਰਿਹਾ, ਸਾਡੀਆਂ ਟੱਕਰਾਂ ਹੋ ਰਹੀਆਂ ਆਪਣੇ ਗੁਰੂ ਘਰਾਂ ਦੇ ਬਾਰੇ। ਅੱਜ ਤਰਨਤਾਰਨ ਸਾਹਿਬ ਦੇ ਵਿੱਚ ਗੁਰੂ ਘਰ ਦੀ ਜ਼ਮੀਨ, ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸੁਸ਼ੋਭਿਤ ਜ਼ਮੀਨ, ਚਰਨਾਂ ਦੀ ਸੁਸ਼ੋਭਿਤ ਜ਼ਮੀਨ, ਉਹ ਵੀ ਵੇਚਣ ਤੇ SGPC ਲੱਗੀ ਹੋਈ ਹੈ। ਇਹ ਕੁੜੈਤਾਂ ਕਿਵੇਂ ਰੋਕੀਏ? ਜੇ ਜਮਹੂਰੀਅਤ ਪਸੰਦ ਤਰੀਕੇ ਨਾਲ ਸਾਨੂੰ ਆਪਣੀ ਮੈਨੇਜਮੈਂਟ ਬਦਲਣ ਦਾ ਇਹ ਮੌਕਾ ਮਿਲ ਜਾਂਦਾ ਤਾਂ ਅਸੀਂ ਸ਼ਾਂਤਮਈ ਰੂਪ 'ਚ ਕਰ ਸਕਦੇ ਹਾਂ। ਨਹੀਂ ਤਾਂ ਰੋਜ਼ ਮੋਰਚੇ ਲਾਣੇ ਪੈਂਦੇ ਹੈ, ਰੋਜ਼ ਸਾਨੂੰ ਉੱਥੇ ਜਾ ਕੇ ਧਰਨੇ ਲਾਣੇ ਪੈਂਦੇ ਹੈ। ਕਦੀ ਸਾਡੇ ਤੇ ਲਾਠੀ ਚਾਰਜ ਹੁੰਦਾ ਹੈ, ਕਦੀ ਸਾਡੇ ਉੱਤੇ ਗੋਲੀਆਂ ਬਰਗਾੜੀ ਦੇ ਵਿੱਚ ਚਲਾ ਕੇ 2 ਸਿੰਘ ਸ਼ਹੀਦ ਕਰਕੇ, ਬੇਅੰਤ ਫੱਤੜ ਕਰਕੇ। ਇਹ 328 ਸਰੂਪ ਜੇ ਬਰਗਾੜੀ ਵਾਂਗੂ ਉਹਨਾਂ ਦੇ ਅੰਗ ਪਾੜ ਕੇ ਸਾੜ ਕੇ ਗੰਦੀਆਂ ਨਾਲੀਆਂ 'ਚ ਸੁੱਟੇ ਗਏ, ਫਿਰ ਸੰਗਤ ਨੇ ਉੱਠ ਖੜਨਾ ਹੈ। ਇਸ ਪੰਜਾਬ ਤੇ ਦੇਸ਼ ਵਾਸਤੇ ਲਾਅ ਐਂਡ ਆਰਡਰ ਪ੍ਰੋਬਲਮ ਬਣ ਜਾਣਾ ਹੈ। ਪਰ ਇਹਦੀ ਕੋਈ ਪੜਤਾਲ ਨਹੀਂ ਹੋ ਰਹੀ, ਇਹਨਾਂ ਦਾ ਕੋਈ ਪਤਾ ਨਹੀਂ ਲੱਗ ਰਿਹਾ ਕਿੱਥੇ ਹੈਗੇ। ਅੰਦਰੂਨੀ ਤੌਰ ਤੇ ਇਨਵੈਸਟੀਗੇਸ਼ਨ ਕਰਕੇ ਆਪਣੇ ਆਪ ਨੂੰ ਮਾਫੀਨਾਮੇ ਦੇ ਕੇ ਸਫਾਈਆਂ ਕਰਕੇ ਇਹ ਮਾਹੌਲ ਖਰਾਬ ਕਰ ਰਹੇ ਹੈ। ਮਾਹੌਲ ਖਰਾਬ ਕਰਕੇ ਇੱਥੇ ਖਤਰਾ ਬਣ ਰਿਹਾ ਲਾਅ ਐਂਡ ਆਰਡਰ ਦਾ। ਪਰ ਕੋਈ ਵੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਇਹਦੇ ਉੱਤੇ ਅਮਲ ਨਹੀਂ ਕਰ ਰਹੀ, ਜਮਹੂਰੀਅਤ ਬਹਾਲ ਨਹੀਂ ਕਰ ਰਹੀ। ਅਸੀਂ 15 ਤਰੀਕ ਨੂੰ ਆਪਣੇ ਹਰਿਮੰਦਰ ਸਾਹਿਬ ਸ਼ਾਂਤਮਈ ਰੂਪ 'ਚ ਅਮਨ ਪਸੰਦ ਤਰੀਕੇ ਤੇ ਜਮਹੂਰੀਅਤ ਪਸੰਦ ਤਰੀਕੇ ਰਾਹੀਂ ਉੱਥੇ ਇਕੱਠੇ ਹੋ ਕੇ ਸਾਰੇ ਵਿਸ਼ਵ ਨੂੰ ਦਿਖਾਵਾਂਗੇ ਕਿ ਸਾਡੇ ਜਮਹੂਰੀਅਤ ਹੱਕ ਬਿਲਕੁਲ ਇਹ ਦੇਸ਼ ਖਤਮ ਕਰ ਰਿਹਾ ਹੈ। ਗੁਰੂ ਘਰ ਦੀ ਚਾਲਨਾ, ਉਹਦੀ ਐਡਮਿਨਿਸਟ੍ਰੇਸ਼ਨ ਖੁਰਦ-ਬੁਰਦ ਹੋਈ ਹੋਈ ਹੈ। ਉਹਨਾਂ ਨੇ ਬੇਅੰਤ ਘਪਲੇ ਕੀਤੇ ਹੋਏ ਹੈ। ਹਜੇ ਤੱਕ ਕੋਰਟਾਂ ਨੇ ਸਿਰਫ ਤੇ ਸਿਰਫ ਨੋਟਿਸ ਭੇਜੇ ਹੈ ਜਿਹੜੇ ਦੋਸ਼ੀ ਅਸੀਂ ਸਮਝਦੇ ਹਾਂ, ਜਿਵੇਂ ਸਤਿੰਦਰਪਾਲ ਸਿੰਘ ਕੋਹਲੀ ਜੋ ਕਿ ਇੱਥੇ ਆਡੀਟਰ ਲੱਗਿਆ ਸੀ, ਜਿਨੇ ਈਸ਼ਰ ਸਿੰਘ ਦੀ ਰਿਪੋਰਟ 'ਚ ਆਪਣੇ ਲਿਖਤ ਰੂਪ 'ਚ ਕਿਹਾ ਕਿ ਮੈਂ ਇੱਕ ਦਿਨ ਵੀ ਨਹੀਂ ਕੰਮ ਕੀਤਾ। 10 ਕਰੋੜ ਰੁਪਈਆ ਇਹ ਬਾਦਲ ਪਰਿਵਾਰ ਦੇ ਨਿੱਜੀ CA ਜਿਹੜਾ ਔਰਬਿਟ ਬਲਾਸਟ ਚਲਾਉਂਦਾ ਹੈ, PTC ਚੈਨਲ ਚਲਾਉਂਦਾ ਹੈ, ਉਹਨੂੰ ਗੁਰੂ ਘਰ ਦੀ ਧਨ ਦਿੱਤੇ ਹੋਏ ਹੈ, ਪਰ ਇਹਨੇ ਢਿੱਲਾ ਕੰਮ ਨਹੀਂ ਕੀਤਾ ਹੈਗਾ। ਇਹ ਬਹੁਤ ਵੱਡੀਆਂ ਔਰ ਘਪਲੇ ਹੋ ਰਹੇ ਹੈ। ਇਹ ਸਾਡੇ ਬਹੁਤ ਗੁਰੂ ਘਰ ਨੂੰ ਨੁਕਸਾਨ ਪਹੁੰਚਾ ਰਹੇ ਹੈ। UN ਨੂੰ ਅਸੀਂ ਕਹਿ ਰਹੇ ਹਾਂ ਕਿ ਜਿਸ ਤਰ੍ਹਾਂ ਸਾਡਾ ਜਮਹੂਰੀਅਤ ਪੈਦਾ ਹੋਈ ਸੀ, ਜੋ ਸਿੰਘ ਸਭਾ ਲਹਿਰ ਨੇ ਮੇਰਾ ਖਿਆਲ 500 ਸ਼ਹਾਦਤਾਂ ਦਿੱਤੀਆਂ, 30,000 ਬੰਦਾ ਜੇਲ੍ਹਾਂ 'ਚ ਗਿਆ ਔਰ ਮੇਰਾ ਖਿਆਲ 15 ਲੱਖ ਦੇ ਜੁਰਮਾਨੇ ਕੀਤੇ ਗਏ। ਸਿੱਖਾਂ ਨੇ ਉਸ ਸਮੇਂ ਦੀ ਜਿਹੜੀ ਸੰਘਰਸ਼ ਸੀ ਉਹ ਬਰਤਾਨੀਆ ਦੇ ਸਰਕਾਰ ਬਰਖਲਾ ਲੜੀ, ਜਿਹਦੇ ਵਿੱਚ ਗਾਂਧੀ ਵਰਗੇ ਆ ਕੇ ਕਹਿੰਦੇ ਸੀ ਕਿ ਆਜ਼ਾਦੀ ਦੀ ਪਹਿਲੀ ਲੜਾਈ ਉਰੇ ਜਿੱਤੀ ਗਈ ਹੈ ਜਦ ਸਿੱਖ ਗੁਰਦੁਆਰਾ ਐਕਟ 1925 'ਚ ਬਣਿਆ ਸੀਗਾ। ਉਹ ਸਾਡੀ ਸੰਸਥਾ ਜਿਹੜੀ ਚੋਣਾਂ ਰਾਹੀਂ ਅਸੀਂ ਆਪਣੀ ਮੈਨੇਜਮੈਂਟ ਰੱਖਣ ਦਾ ਫੈਸਲਾ ਕੀਤਾ ਸੀ, ਉਹ ਅੱਜ ਚੋਣਾਂ ਤੋਂ ਇੰਨੀ ਵਾਂਝੀ ਹੈ ਕਿ ਜਿੱਥੇ 1952 'ਚ ਲੋਕ ਸਭਾ ਸਥਾਪਿਤ ਹੋਈ ਸੀ, ਅੱਜ 17 ਵਾਰੀ ਉਹਦੇ ਚੋਣ ਹੋ ਚੁੱਕੇ ਹੈ। ਪਰ ਜਿਹੜੀ 1925 'ਚ ਬਣੀ ਸੀ ਉਹਦੇ ਆਜ਼ਾਦੀ ਤੋਂ ਬਾਅਦ ਸਿਰਫ 8 ਵਾਰੀ ਉਹਦੇ ਚੋਣ ਹੋਏ ਹੈ। ਇਹ ਸਾਡੀ
ਸੰਗਤ ਨੂੰ ਗੁਰੂ ਦੇ ਮੈਨੇਜਮੈਂਟ ਤੋਂ ਵਾਂਝਾ ਕਰ ਰਹੇ ਹੈ, ਸਾਨੂੰ ਉਹ ਗੁਰੂ ਘਰ ਤੋਂ ਵਾਂਝਾ ਰੱਖ ਰਹੇ ਹੈ ਤੇ ਸਾਡੀ ਜਮਹੂਰੀਅਤ ਨੂੰ ਖੁਰਦ-ਬੁਰਦ ਕਰ ਰਹੀ ਹੈ ਦੇਸ਼। ਕਾਫੀ ਸਮੇਂ ਤੋਂ ਜਿਹੜੀ ਹੈ ਜੀ ਜਿਹੜਾ ਅੰਮ੍ਰਿਤਸਰ ਅਕਾਲੀ ਦਲ ਹੈ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਵਾਸਤੇ ਬਾਈਬਲ ਵਪਾਰੀ ਕਾਂਡ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਕਰ ਰਿਹਾ, ਲੇਕਿਨ ਨਾ ਕੋਈ ਕੇਂਦਰ ਇਨਸਾਫ ਦੇ ਰਿਹਾ, ਨਾ ਐਜੀਪੀਸੀ ਵੱਲੋਂ ਕੋਈ ਮਿਲ ਰਿਹਾ, ਨਾ ਪੰਜਾਬ ਸਰਕਾਰ ਵੱਲੋਂ ਮਿਲਿਆ। ਉਹਦੇ ਬਾਰੇ ਕਿ ਸਿੱਖਾਂ ਨੇ ਕੇਸ ਪਾਏ ਹੈ ਚੋਣਾਂ ਵਾਸਤੇ, ਕੇਸ ਪਾਏ ਹੈ, ਅਪੀਲਾਂ ਕੀਤੀਆਂ, ਕਮਿਸ਼ਨਰ ਨੂੰ ਮਿਲੇ ਹੈ, ਮੁੱਖ ਮੰਤਰੀਆਂ ਨੂੰ ਮਿਲੇ ਹੈ, ਸਾਰੇ ਵਫਦਾਂ ਨੂੰ, ਸੈਂਟਰ ਦੇ ਸਾਰਿਆਂ ਨੂੰ ਅਸੀਂ ਮਿਲੇ ਹੈ ਕਿ ਸਾਨੂੰ ਇਨਸਾਫ ਦਿਓ। ਅੱਜ ਤੱਕ ਹਾਈ ਕੋਰਟ ਨੇ ਨਹੀਂ ਸਾਨੂੰ ਦਿੱਤਾ, ਜਦ ਕਿ ਉਹ ਜਿਹੜਾ ਯੋਗਾ ਵਾਲਾ ਰਾਮਦੇਵ ਹੈ ਉਹਦਾ ਸੂਓ ਮੋਟੋ ਐਕਸ਼ਨ ਹਾਈ ਕੋਰਟ ਨੇ ਲਿੱਤਾ ਸੀਗਾ। ਸਾਡੇ ਗੁਰੂ ਸਾਹਿਬ ਵੱਢ ਕੇ, ਮਾਰ ਕੇ, ਸੁੱਟ ਕੇ ਅੰਗ ਉਹਨਾਂ ਦੇ ਗੰਦੀਆਂ ਨਾਲੀਆਂ 'ਚ ਸੁੱਟੇ, ਉਹਦਾ ਕੋਈ ਵੀ ਇਹਨਾਂ ਨੂੰ ਫਿਕਰ ਨਹੀਂ ਹੈਗਾ। ਕੋਈ ਜੱਜਮੈਂਟ ਨਹੀਂ ਦੇ ਰਹੇ, ਨਾ ਲੈਜਿਸਲੇਚਰ ਨੇ ਕੁਝ ਕੀਤਾ, ਨਾ ਐਗਜ਼ੈਕਟਿਵ ਨੇ ਕੀਤਾ ਹੈਗਾ। ਹੁਣ ਅਸੀਂ ਸਮਝਦੇ ਹਾਂ ਕਿ ਸਾਡੇ ਕੋਲੇ ਇੱਕ ਜਮਹੂਰੀਅਤ ਅਮਨ ਪਸੰਦ ਤਰੀਕੇ ਨਾਲ ਆਪਣੇ ਜਾ ਕੇ ਮੁਜ਼ਾਹਰੇ ਕਰਕੇ ਆਪਣੇ ਹੱਕਾਂ ਤੇ ਪਹਿਰਾ ਦੇਣਾ ਪੈਣਾ ਹੈ, ਜਿਸ ਕਰਕੇ ਅਸੀਂ 15 ਸਤੰਬਰ ਨੂੰ ਅੰਤਰਰਾਸ਼ਟਰੀ ਜਮਹੂਰੀਅਤ ਦਿਹਾੜੇ ਦੇ ਉੱਤੇ ਅਸੀਂ ਜਾ ਕੇ ਹਰਿਮੰਦਰ ਸਾਹਿਬ ਸਾਹਮਣੇ ਖੜੇ ਹੋਵਾਂਗੇ, ਉੱਥੇ ਅਰਦਾਸ ਕਰਾਂਗੇ ਔਰ ਆਪਣੀ ਜਮਹੂਰੀਅਤ ਬਹਾਲ ਕਰਨ ਵਾਸਤੇ ਸਾਰੇ ਵਿਸ਼ਵ 'ਚ ਅਸੀਂ ਸੰਦੇਸ਼ ਦੇਵਾਂਗੇ ਕਿ ਸਾਡੇ ਨਾਲ ਧੱਕਾ ਹੋ ਰਿਹਾ। ਕੋਰਟ ਵੱਲੋਂ ਗੁਰੂ ਸਾਹਿਬ ਨੂੰ ਜਿਹੜਾ ਲਿਵਿੰਗ ਗੁਰੂ ਮੰਨਿਆ ਗਿਆ ਜੀ ਗੁਰੂ ਗ੍ਰੰਥ ਸਾਹਿਬ ਨੂੰ, ਲੇਕਿਨ ਇਹਦੇ ਜਦੋਂ ਬੇਨਤੀ ਹੁੰਦੀ ਹੈ ਜਿਹੜੀ ਬੜੀ ਛੋਟੀ ਜਿਹੀ ਇੱਕ ਜਿਹੜੀ ਧਾਰਾ 95 ਦੀ ਲਗਾਈ ਜਾਂਦੀ ਹੈ ਕਿ ਆਪਾਂ ਨਹੀਂ ਚਾਹੁੰਦੇ ਵੀ ਕੋਈ ਸਖਤ ਧਾਰਾ ਲੱਗੇ ਜਿਹਦੇ ਨਾਲ ਕਿਸੇ ਵੀ ਉੱਪਰ ਜਿੱਤ ਨਾ ਪਵੇ। ਜਿਹੜੇ ਮਾਹੌਲ 'ਚ ਅੱਜ ਅਸੀਂ ਉਰੇ ਬੈਠੇ ਹਾਂ, ਇਹ ਦੇਸ਼ ਸਾਡੀਆਂ ਧਾਰਾਵਾਂ ਤਬਦੀਲ ਕਰਨ ਤੋਂ ਤਾਂ ਰਿਹਾ, ਸਾਨੂੰ ਤਾਂ 1984 'ਚ ਵੱਢ ਕੇ, ਮਾਰ ਕੇ, ਸਾਡੇ ਗੰਦੇ ਟਾਇਰ ਬਾਲ ਕੇ, ਸਾਨੂੰ ਵੱਢ ਕੇ ਹੋਂਦ ਚਿੱਲਰ ਖਾਲੀ ਕਰਤਾ ਪੂਰਾ ਪਿੰਡ ਦਾ ਪਿੰਡ ਹਰਿਆਣੇ ਨੇ। ਉਹਦਾ ਕੋਈ ਇਨਸਾਫ, ਸਾਡੇ ਜਾਣ ਗਏ ਤੇ ਕੋਈ ਇਨਸਾਫ ਨਹੀਂ ਇਹਨਾਂ ਨੇ ਦਿੱਤਾ। ਸਾਡੇ ਗੁਰੂ ਸਾਹਿਬ ਦੇ ਕਤਲ ਦੇ ਉੱਤੇ ਇਹ ਜੇ ਕਾਰਵਾਈ ਸ਼ੁਰੂ ਕਰਕੇ ਉਹਦਾ ਕੋਈ ਕਾਰਵਾਈ ਕਰਨ ਤਾਂ ਅਸੀਂ ਜਾ ਕੇ ਕਹੀਏ ਕਿ ਜੀ ਅੱਗੇ ਸਾਨੂੰ ਕਾਨੂੰਨ ਤਬਦੀਲ ਕਰਕੇ ਦਿਓ, ਪਰ ਇਹ ਤਾਂ ਜਿਹੜੇ ਬਣੇ ਹੋਏ ਕਾਨੂੰਨ ਹੈ ਉਹ ਵੀ ਨਹੀਂ ਲਾਗੂ ਸਾਡੇ ਉੱਤੇ ਕਰ ਰਿਹਾ ਹੈਗਾ। ਇਸ ਦੇਸ਼ ਤੋਂ ਅਸੀਂ ਕੀ ਆਸ ਰੱਖ ਸਕਦੇ ਹਾਂ? ਸ਼੍ਰੋਮਣੀ ਕਮੇਟੀ ਵੱਲੋਂ ਨਿਤ ਨਵੀਂ ਕੋਈ ਨਾ ਕੋਈ ਕਾਨੂੰਨੀ ਘਟਨਾ ਉਤਰਦੀ ਹੈ ਜੀ, ਜਿਵੇਂ 328 ਪਾਵਨ ਸਰੂਪਾਂ ਦੀ ਜਦੋਂ ਜਥੇਬੰਦੀਆਂ ਉੱਤੇ ਬੈਠੀਆਂ ਤੇ ਉਦੋਂ ਵੀ ਗੁੰਡਾਗਰਦੀ ਦਾ ਨੰਗਾ ਨਾਚ ਜਿਹੜਾ ਕੀਤਾ ਗਿਆ, ਵੱਢ-ਫੱਢ ਕੀਤੀ ਗਈ, ਪੱਤਰਕਾਰਾਂ ਦੀ ਮਾਰ ਕੁਟਾਈ ਕੀਤੀ ਗਈ, ਉਹਨਾਂ ਦੇ ਕੇਸਾਂ ਦੀ ਬੇਇੱਜ਼ਤੀ ਕੀਤੀ ਗਈ, ਕੈਮਰੇ ਤੋੜੇ ਗਏ। ਥੋੜੇ ਦਿਨ ਪਹਿਲਾਂ ਹੀ ਜਿਹੜਾ ਇੱਕ ਬਜ਼ੁਰਗ ਜਿਹੜਾ ਕਿ ਰੋਜ਼ਾਨਾ ਪਾਲੀਆਂ ਸੋਸ਼ਲ ਮੀਡੀਆ 'ਤੇ ਵੀ ਬੜਾ ਵਾਇਰਲ ਹੋਇਆ, ਉਹਨੇ ਜਦੋਂ ਅੰਦਰ ਜਾਣ ਦੀ ਜਿਹੜੀ ਤਮੰਨ ਜਤਾਈ ਤੇ ਉਹਨੂੰ ਧੱਕਾ ਮੁੱਕੀ ਕਰਕੇ ਉਹਨੂੰ ਕੱਢਿਆ ਗਿਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹੁੰਦਾ ਹਾਂ ਕਿ ਗੁਰੂ ਸਾਹਿਬ ਦੇ ਆਲੇ ਦੁਆਲੇ ਸਿਕਿਉਰਿਟੀ ਰੱਖਣਾ ਬਹੁਤ ਵੱਡੀ ਸਾਡੀ ਲੋੜ ਹੈ, ਕਿਉਂਕਿ ਇਹੋ ਜਿਹੀਆਂ ਘਟਨਾਵਾਂ ਹੋਈਆਂ ਜਿਹਦੇ ਵਿੱਚ ਕਿਸੇ ਨੇ ਜਾ ਕੇ ਗੁਰੂ ਸਾਹਿਬ ਦੀ ਪਾਲਕੀ ਸਾਹਿਬ ਦੇ ਉੱਤੇ ਬੈਠਣ ਦੇ ਯਤਨ ਕੀਤੇ ਹੈ, ਬੇਅਦਬੀ ਕਰਨ ਦੀ ਯਤਨ ਕੀਤੇ ਹੈ। ਪਰ ਜਿਹੜੇ ਗੁਰਸਿੱਖ ਹੈ, ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਹਨ, ਜਿਹੜੇ ਰੋਜ਼ ਉੱਥੇ ਜਾਂਦੇ ਹੈ, ਜਿਨ੍ਹਾਂ ਦੀ ਸਿਆਣ ਹੈ, ਉਹਨਾਂ ਨੂੰ ਆ ਕੇ ਕੋਈ ਨੌਜਵਾਨ ਜਿਹਨੂੰ ਪਤਾ ਹੀ ਨਹੀਂ ਹੈਗਾ ਉਹ ਜਾ ਕੇ ਇਹੋ ਜਿਹਾ ਕੰਮ ਕਰੇ ਤਾਂ ਫਿਰ ਮੈਨੂੰ ਦੱਸੋ, ਸਾਡੇ ਗੁਰੂ ਸਾਹਿਬ ਤਾਂ ਖੁੱਲ੍ਹੇ 4 ਦਰਵਾਜ਼ੇ ਸਾਨੂੰ ਬਖਸ਼ ਕੇ ਗਏ ਹੈ, ਕੋਈ ਵੀ ਜਾ ਸਕਦਾ, ਕੋਈ ਵੀ ਆ ਸਕਦਾ ਹੈਗਾ, ਤੇ ਇਹ ਇੱਕ ਬਹੁਤ ਵੱਡੀ ਉਲੰਘਣਾ ਹੈਗੀ ਹੈ ਔਰ ਮੈਂ ਇਹਦੀ ਨਿਖੇਧੀ ਕਰਦਾ। 15 ਸਤੰਬਰ ਦੇ ਦਿਨ ਵਾਸਤੇ ਬੜੀ ਵੱਡੀ ਪੱਧਰ ਤੇ ਤੁਸੀਂ ਜਿਹੜਾ ਘਰ ਘਰ ਜਾ ਕੇ, ਗਲੀ ਗਲੀ, ਮਹੱਲੇ ਮਹੱਲੇ ਜਾ ਕੇ ਪ੍ਰਚਾਰ ਕਰ ਰਹੇ ਹੋ ਕਿ ਪੰਜਾਬ ਦੇ ਦੂਜੇ ਜ਼ਿਲ੍ਹਿਆਂ ਦੇ ਵਿੱਚ ਵੀ ਇਹਦੇ ਵਾਸਤੇ ਆਵਾਜ਼ ਉਠਾਈ ਜਾਏਗੀ? ਅਸੀਂ, ਸਾਡੀ ਜਥੇਬੰਦੀ ਹਰੇਕ ਸਿੱਖ ਨੂੰ ਕਹਿ ਰਹੀ ਹੈ ਕਿ ਜੇ ਗੁਰੂ ਸਾਹਿਬ ਦੇ ਜਮਹੂਰੀਅਤ ਦੇ ਦਿਨ ਇਕੱਠ ਪੂਰਾ ਨਹੀਂ ਹੋਇਆ ਤਾਂ ਲੋਕੀ ਐਂ ਸੋਚਣਗੇ ਕਿ ਗੁਰੂ ਗ੍ਰੰਥ ਸਾਹਿਬ ਦੇ ਜਮਹੂਰੀਅਤ ਮੈਨੇਜਮੈਂਟ ਪਿੱਛੇ ਕੋਈ ਖੜਾ ਹੀ ਨਹੀਂ ਹੈਗਾ ਗੁਰੂ ਕਾ ਸਿੱਖ। ਸੋ ਇਹ ਹਰੇਕ ਗੁਰੂ ਸਿੱਖ ਨੂੰ ਅਸੀਂ ਅਪੀਲ ਕਰਦੇ ਹਾਂ, ਹਰੇਕ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਨ ਵਾਲੇ ਨੂੰ ਅਪੀਲ ਕਰਦੇ ਹਾਂ, ਜਿਹੜਾ ਗੁਰੂ ਘਰ ਦੀ ਮੈਨੇਜਮੈਂਟ ਵਧੀਆ ਤਰੀਕੇ ਨਾਲ ਚਾਹੁੰਦਾ ਹੈ ਉਹਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਕੱਠੇ ਹੋ ਕੇ, ਇਹ ਨਹੀਂ ਜ਼ਰੂਰੀ ਕਿ ਤੁਸੀਂ ਸਿੱਖ ਹੋ, ਇਹ ਜ਼ਰੂਰੀ ਹੈ ਕਿ ਤੁਸੀਂ ਜਮਹੂਰੀਅਤ ਪਸੰਦ ਮੈਨੇਜਮੈਂਟ ਦੇ ਚਾਹਵਾਨ ਹੋ, ਤੁਸੀਂ ਉੱਥੇ ਆਓ। ਅਸੀਂ ਸ਼ਾਂਤਮਈ ਰੂਪ ਦੇ ਵਿੱਚ ਜਾਪ ਕਰਦੇ ਹੋਏ ਉੱਥੇ ਕੇਸਰੀ ਝੰਡੇ ਫੜ ਕੇ ਔਰ ਯੂਨਾਈਟਿਡ ਨੇਸ਼ਨ ਦੇ ਝੰਡੇ ਫੜ ਕੇ ਆਪਣੀ ਜਮਹੂਰੀਅਤ ਬਹਾਲ ਕਰੀਏ। ਸਰ, ਜਿੱਥੇ ਕੌਮ ਦੇ ਨੌਜਵਾਨਾਂ ਨੂੰ ਜਿਹੜਾ ਪਾਣੀ ਦਾ ਵੱਡੀ ਜਿਹੜੀ ਸਮੱਸਿਆ ਬੇਰੁਜ਼ਗਾਰੀ ਦੀ ਹੈ ਜੀ, ਅਗਰ ਪੰਥ ਦਾ ਨੌਜਵਾਨ ਜਿਹੜਾ ਇਕਨੋਮਿਕਲੀ ਸਟਰੋਂਗ ਨਹੀਂ ਹੋਏਗਾ ਤਾਂ ਉਹ ਕਿਵੇਂ ਮੁਕਾਬਲਾ ਕਰੇਗਾ? ਇਸ ਕਰਕੇ ਉਹਦੇ ਵਾਸਤੇ ਆਪਾਂ ਕੀ ਕਰਨਾ ਚਾਹਾਂਗੇ ਜੀ ਬੇਰੁਜ਼ਗਾਰੀ ਨੂੰ ਰੋਕਣ?
1947 ਤੋਂ ਪਹਿਲਾਂ 70% ਵਪਾਰ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਵਿੱਚ ਹੁੰਦਾ ਸੀਗਾ। ਜਿੱਦਣ ਵਾਹਗਾ ਬਾਰਡਰ ਥੋੜਾ ਜਿਹਾ ਵੀ ਖੁੱਲਿਆ, ਅਟਾਰੀ ਦੇ ਆਲੇ ਦੁਆਲੇ ਜਿਹੜੇ ਜ਼ਮੀਨ ਦੇ ਰੇਟ ਸੀ ਇੰਨੇ ਗੁਣ ਵੱਧ ਗਏ, ਉਹਦੇ ਨਾਲ ਖੁਸ਼ਹਾਲਤਾ ਇਲਾਕੇ 'ਚ ਆਈ ਸੀਗੀ। ਅੰਮ੍ਰਿਤਸਰ ਸਾਹਿਬ, ਲਾਹੌਰ ਇਕੱਠੇ ਇੱਕ ਸਮੇਂ ਇਹੋ ਜਿਹੀ ਇਕਨੋਮਿਕ ਸੰਸਥਾ ਸੀ ਜਿਹਦਾ ਮੁਕਾਬਲਾ ਦਿੱਲੀ ਵੀ ਨਹੀਂ ਸੀ ਕਰ ਸਕਦਾ ਹੈਗਾ। ਉਹਨਾਂ ਸਮੇਂ ਦੀ ਗੱਲ ਸੀ ਕਿ ਕਹਿੰਦੇ ਸੀ ਕਿ ਜਿਹਨੇ ਲਾਹੌਰ ਨਹੀਂ ਦੇਖਿਆ ਜੰਮਿਆ ਨਹੀਂ ਹੈਗਾ। ਲਾਹੌਰ ਤੇ ਅੰਮ੍ਰਿਤਸਰ ਤਕਰੀਬਨ ਇੱਕ ਦੂਜੇ ਦੇ ਨੇੜੇ ਹੀ ਸੀਗੇ, ਇਹ ਇਕੱਠੇ ਸੀਗੇ। ਸਾਰਾ PGI ਹਸਪਤਾਲ, ਉਹਦੇ ਡਾਕਟਰ ਸਾਰੇ ਅੰਮ੍ਰਿਤਸਰ ਸਾਹਿਬ ਤੋਂ ਉੱਠ ਕੇ ਉੱਧਰ ਜਾ ਕੇ ਬਸੇ ਹੈ। ਇਹ ਮੈਡੀਕਲ ਹੱਬ ਸੀਗਾ, ਇੱਥੇ ਇੰਡਸਟਰੀ ਸੀ, ਕਾਰਪੇਟ ਇੱਥੋਂ ਜਾਂਦੇ ਹੁੰਦੇ ਸੀਗੇ। ਇਹ ਇੱਕ ਸਿਲਕ ਰੂਟ ਦਾ ਰਾਹ ਸੀ, ਸੈਂਟਰਲ ਏਸ਼ੀਆ ਦੇ ਵਿੱਚ ਅੰਮ੍ਰਿਤਸਰੋਂ ਸਾਡਾ ਮਾਲ ਜਾਂਦਾ ਸੀਗਾ। ਜਿਹੜਾ ਇਹ ਲਗਾਤਾਰ ਭਾਰਤ ਨੇ ਬਾਰਡਰ ਬਣਾ ਕੇ ਵਿਤਕਰਾ ਰੱਖਿਆ ਹੋਇਆ, ਲੜਾਈਆਂ ਰੱਖਦੇ ਆ, ਆਪਸ 'ਚ ਦੁਸ਼ਮਣੀ ਰੱਖਦੇ ਆ, ਪਰਮਾਣੂ ਸ਼ਸਤਰਾਂ ਦੇ ਨਾਲ ਇੱਕ ਦੂਜੇ ਨੂੰ ਧਮਕੀਆਂ ਦਿੰਦੇ ਆ, ਇਹ ਸਾਰਾ ਅਸੀਂ ਰੱਦ ਕਰਨਾ ਚਾਹੁੰਦੇ ਆ। ਬਾਰਡਰ ਤੇ ਵਪਾਰ ਖੋਲ੍ਹਣਾ ਚਾਹੁੰਦੇ ਆ, ਆਵਾਜਾਈ ਰੱਖਣਾ ਚਾਹੁੰਦੇ ਆ, ਜਿਹਦੇ ਨਾਲ ਸਾਡੇ ਇਸ ਪੰਜਾਬ ਦੀ ਖੁਸ਼ਹਾਲਤਾ ਸੌਗਣਾ ਵਧੂ ਤੇ ਪੂਰੇ ਭਾਰਤ ਦੀ GDP 1% ਜ਼ਿਆਦਾ ਵੱਧ ਸਕਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਮ ਬੋਲ ਕੇ। ਮੈਂ ਪ੍ਰਿਤਪਾਲ ਸਿੰਘ ਦੱਖਣੀ ਹਲਕੇ ਤੋਂ ਉਮੀਦਵਾਰ ਸੀ ਔਰ ਅੱਜ ਪਾਰਟੀ ਵੱਲੋਂ ਸਰਦਾਰ ਇਮਾਨ ਸਿੰਘ ਜੀ ਇੱਥੇ ਆਏ, ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਸਮੁੱਚੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਅੱਜ ਇਸ ਨਿਮਾਣੇ ਜਿਹੇ ਨੂੰ ਮਾਣ ਬਖਸ਼ਿਆ। ਸ਼ਹਿਰੀ ਮੀਤ ਪ੍ਰਧਾਨ ਹੁੰਦਾ ਜੀ 15 ਤਰੀਕ ਸਰਦਾਰ ਇਮਾਨ ਸਿੰਘ ਜੀ ਨੇ ਤੁਹਾਨੂੰ ਦੱਸਿਆ ਹੈ। ਉਸ ਸਬੰਧ ਦੇ ਵਿੱਚ ਸਾਰਿਆਂ ਨੂੰ ਫਿਰ ਇੱਕ ਵਾਰੀ ਬੇਨਤੀ ਹੈ, ਹੱਥ ਜੋੜ ਕੇ ਨਿਮਰਤਾ ਸਹਿਤ, ਵੀ 15 ਸਤੰਬਰ 2022 ਨੂੰ ਜਮਹੂਰੀਅਤ ਡੇ ਮਨਾਉਣ ਵਾਸਤੇ ਆਪਣੀ ਜਮਹੂਰੀਅਤ ਨੂੰ ਲਾਗੂ ਕਰਨ, ਬਹਾਲ ਕਰਨ ਲਈ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਹਰਿਮੰਦਰ ਸਾਹਿਬ ਪਹੁੰਚੋ, ਤਾਂ ਜੋ ਆਪਣੇ ਗੁਰੂ ਸਾਹਿਬ ਔਰ ਸਮੁੱਚੀ ਜਿਹੜੀ ਇੱਥੋਂ ਦੀ ਪ੍ਰਬੰਧਕ ਕਮੇਟੀ ਨੂੰ ਚੰਗਾ ਯੋਗ ਪ੍ਰਬੰਧ ਦੇਣ ਲਈ ਉੱਥੋਂ ਦੀਆਂ ਇਲੈਕਸ਼ਨਾਂ ਕਰਵਾਈਆਂ ਜਾਣ, ਤਾਂ ਜੋ ਸਮੁੱਚੇ ਸਮਾਜ ਦਾ, ਸਮੁੱਚੇ ਸਿੱਖ ਕੌਮ ਦਾ ਭਲਾ ਹੋ ਸਕੇ।